ਹੁਣ ਤੱਕ ਤੁਸੀਂ ਪੜ੍ਹਿਆ ਕਿ ਮੈਂ ਆਪਣੀ ਨਨਾਣ ਨੂੰ ਕਿਹਾ ਕਿ ਕੁਝ ਦਿਨਾਂ 'ਚ ਮੇਰੀ ਦਵਾਈ ਦਾ ਕੋਰਸ ਪੂਰਾ ਹੋ ਜਾਵੇਗਾ ਤੇ ਮੇਰੀ ਐਲਰਜੀ ਖਤਮ ਹੋ ਜਾਵੇਗੀ। ਫਿਰ ਮੈਂ ਆਪਣਾ ਚਿਹਰਾ ਢੱਕਣਾ ਬੰਦ ਕਰ ਦਿਆਂਗੀ। ਐਨੇ 'ਚ ਉੱਥੇ ਵਿਕਰਮ ਆ ਗਿਆ ਤੇ ਉਸਨੇ ਮੈਨੂੰ ਕਿਹਾ। ਉਸ ਨਾਲ ਮੈਂ ਪਾਣੀ ਹੋ ਗਈ। ਵਿਕਰਮ ਨੇ ਮੈਨੂੰ ਕਿਹਾ ਕਿ ਰਾਜੀਵ ਕਹਿ ਰਿਹਾ ਸੀ ਕਿ ਮੈਂ ਬਹੁਤ ਅਜੀਬ ਹਾਂ, ਆਪਣੀ ਪਤਨੀ ਨੂੰ ਆਪਣੇ ਭਰਾ ਨਾਲ ਅਜੇ ਤੱਕ ਨਹੀਂ ਮਿਲਵਾਇਆ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੋਰ ਜ਼ਿਆਦਾ ਡਰਨ ਲੱਗੀ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੇਰਾ ਅਤੀਤ ਇੰਜ ਅਚਾਨਕ ਮੇਰੇ ਸਾਹਮਣੇ ਆ ਜਾਣਾ ਕਿਸਮਤ ਦਾ ਕੋਈ ਖੇਡ ਸੀ। ਮੇਰੀ ਸਮਝ 'ਚ ਨਹੀਂ ਆ ਰਿਹਾ ਸੀ। ਮੈਂ ਘਰ ਵਾਲਿਆਂ ਤੋਂ ਹੀ ਲੁੱਕ ਕੇ ਰਹਿ ਰਹੀ ਸੀ ਤੇ ਰਾਜੀਵ ਦਾ ਸਾਹਮਣੇ ਆਉਣ ਦਾ ਸੋਚ ਕੇ ਵੀ ਭੱਜ ਜਾਂਦੀ ਸੀ। ਪਤਾ ਨਹੀਂ ਕਿਸਮਤ ਨੇ ਕਿਉਂ ਮੈਨੂੰ ਫਿਰ ਇਸ ਘਰ 'ਚ ਲਿਆ ਕੇ ਖੜਾ ਕਰ ਦਿੱਤਾ ਸੀ। ਦੂਜੇ ਪਾਸੇ ਮੇਰੀ ਨਨਾਣ ਰੀਮਾ ਮੇਰੇ ਪਿੱਛੇ ਪੈ ਗਈ ਸੀ ਤੇ ਹਰ ਸਮੇਂ ਮੈਥੋਂ ਅਜੀਬੋ-ਗਰੀਬ ਸਵਾਲ ਪੁੱਛਦੀ ਰਹਿੰਦੀ ਸੀ। ਉਹ ਮੇਰੀ ਸੱਚਾਈ ਸਾਰਿਆਂ ਸਾਹਮਣੇ ਲਿਆਉਣਾ ਚਾਹੁੰਦੀ ਸੀ, ਜਾਂ ਫਿਰ ਮੇਰੇ ਬਾਰੇ ਸਭ ਕੁਝ ਜਾਣਦੀ ਸੀ, ਜਾਂ ਜਾਣ-ਬੁੱਝ ਕੇ ਮੈਨੂੰ ਪਰੇਸ਼ਾਨ ਕਰਦੀ ਸੀ। ਇੱਕ ਦਿਨ ਰਾਜੀਵ ਨੇ ਮੇਰਾ ਦਰਵਾਜ਼ਾ ਖੜਕਾਇਆ ਤੇ ਮੈਨੂੰ ਕਹਿਣ ਲੱਗਿਆ ਕਿ ਭਾਬੀ ਮੈਂ ਅੰਦਰ ਆ ਜਾਵਾਂ। ਮੈਂ ਇੱਕਦਮ ਘਬਰਾ ਗਈ, ਸੋਚਣ ਲੱਗੀ ਕਿ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਨੂੰ ਪਸੀਨਾ ਆਉਣ ਲੱਗਿਆ। ਮੈਂ ਛੇਤੀ ਦੇਣੇ ਪਿੱਛੇ ਦੇ ਦਰਵਾਜ਼ੇ ਰਾਹੀਂ ਬਾਹਰ ਆ ਗਈ। ਮੈਂ ਵਿਕਰਮ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਮੈਂ ਡਾਕਟਰ ਕੋਲ ਆਈ ਹਾਂ। ਅੱਜ ਤਾਂ ਜਿਵੇਂ ਕਿਵੇਂ ਮੈਂ ਖੁਦ ਨੂੰ ਬਚਾ ਲਿਆ ਸੀ। ਹੁਣ ਮੈਨੂੰ ਕਿਸੇ ਤਰ੍ਹਾਂ ਦੀ ਇਸ ਘਰ ਤੋਂ ਦੂਰ ਜਾਣਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰਾ ਅਤੀਤ ਮੇਰੇ ਆਉਣ ਵਾਲੀ ਜ਼ਿੰਦਗੀ ਦਾ ਹਿੱਸਾ ਬਣਨ ਵਾਲਾ ਹੈ। ਹੁਣ ਮੈਂ ਗੁੰਮਸੁੰਮ ਤੇ ਚੁੱਪਚਾਪ ਰਹਿਣ ਲੱਗੀ ਸੀ। ਮੈਂ ਵਿਕਰਮ ਨੂੰ ਕਹਿੰਦੀ ਸੀ ਕਿ ਪਲੀਜ਼ ਇੱਥੋਂ ਵਾਪਸ ਚੱਲੋ। ਇੱਥੇ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਇੱਥੇ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੁੰਦੀ ਹੈ। ਮੇਰਾ ਦਿਲ ਨਹੀਂ ਲੱਗਦਾ ਇੱਥੇ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਵਿਕਰਮ ਇਹ ਦੇਖ ਕੇ ਘਬਰਾ ਗਿਆ। ਸਾਲਾਂ ਬਾਅਦ ਕਿਵੇਂ ਮੈਂ ਆਪਣੇ ਹੋਸ਼ ਗਵਾ ਬੈਠੀ ਸੀ। ਮੈਂ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲ ਰਹੀ ਸੀ। ਇੱਕ ਦਿਨ ਅਚਾਨਕ ਹੀ ਮੇਰੇ ਸਾਹਮਣੇ ਰਾਜੀਵ ਆ ਗਿਆ। ਉਹ ਮੈਨੂੰ ਦੇਖਦੇ ਹੀ ਘੂਰਨ ਲੱਗਿਆ, ਪਰ ਮੈਂ ਆਪਣਾ ਚਿਹਰਾ ਢੱਕਿਆ ਹੋਇਆ ਸੀ। ਕੁਝ ਦੇਰ ਤੱਕ ਉਹ ਮੈਨੂੰ ਇਸ ਤਰ੍ਹਾਂ ਹੀ ਦੇਖਦਾ ਰਿਹਾ। ਫਿਰ ਮੇਰੀ ਤਬੀਅਤ ਦਾ ਪੁੱਛਿਆ। ਮੈਂ ਬਸ ਹਾਂ ਸਿਰ ਹਿਲਾ ਦਿੱਤਾ ਤਾਂ ਉਹ ਵੀ ਉੱਥੋਂ ਬਿਨਾਂ ਕੁਝ ਕਹੇ ਚਲਾ ਗਿਆ। ਮੈਂ ਜਲਦੀ ਆਪਣਾ ਸਮਾਨ ਪੈਕ ਕੀਤਾ ਤੇ ਵਿਕਰਮ ਨੂੰ ਬਿਨਾਂ ਕੁਝ ਦੱਸੇ ਉੱਥੋਂ ਜਾਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ੇ ਤੇ ਪਹੁੰਚੀ ਤਾਂ ਮੇਰੀ ਨਨਾਣ ਨੇ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਗਈ। ਮੈਂ ਨਜ਼ਰਾਂ ਤੇ ਸਿਰ ਝੁਕਾ ਕੇ ਖੜੀ ਸੀ। ਘਰ ਦੇ ਬਾਕੀ ਮੈਂਬਰ ਵੀ ਉੱਥੇ ਸਨ। ਅਜਿਹਾ ਲੱਗ ਰਿਹਾ ਸੀ ਕਿ ਮੈਂ ਇੱਕ ਮੁਜ਼ਲਮ ਹਾਂ। ਰੀਮਾ ਕਹਿਣ ਲੱਗੀ, ਮੇਰੇ ਦੋਵੇਂ ਭਰਾਵਾਂ ਦੀ ਇੱਕ ਹੀ ਦੁਲਹਨ। ਉਸਦੀ ਗੱਲ ਸੁਣ ਕੇ ਮੈਂ ਚੀਕ ਪਈ ਤੇ ਕਹਿਣ ਲੱਗੀ ਕਿ ਨਹੀਂ, ਅਜਿਹਾ ਕੁਝ ਨਹੀਂ ਹੈ, ਇਹ ਝੂਠ ਬੋਲ ਰਹੀ ਹੈ। ਵਿਕਰਮ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ। ਮੈਂ ਰੋਣ ਲੱਗੀ ਸੀ। ਮੈਂ ਕਿਸਮਤ ਦੇ ਹੱਥੋਂ ਮਜਬੂਰ ਸੀ, ਕਿਉਂਕਿ ਹੁਣ ਮੇਰਾ ਸੱਚ ਸਾਰਿਆਂ ਦੇ ਸਾਹਮਣੇ ਆਉਣ ਵਾਲਾ ਸੀ। ਵਿਕਰਮ ਨੇ ਕਿਹਾ ਕਿ ਇਹ ਕੀ ਕਹਿ ਰਹੀ ਹੈ, ਆਖਰ ਸੱਚ ਕੀ ਹੈ, ਇਸ ਦੀ ਗੱਲ ਦਾ ਕੀ ਮਤਲਬ ਹੈ। ਮੈਂ ਹੌਂਕੇ ਲੈ ਕੇ ਰੋਣ ਲੱਗੀ ਤੇ ਮੈਂ ਆਪਣੇ ਚਿਹਰੇ ਤੋਂ ਚੁੰਨੀ ਹਟਾ ਦਿੱਤੀ। ਮੈਂ ਰਾਜੀਵ ਵੱਲ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਰਾਜੀਵ ਮੇਰੀ ਸਫਾਈ 'ਚ ਸਾਰਿਆਂ ਨੂੰ ਸੱਚ ਦੱਸੇਗਾ, ਪਰ ਉਸਦੀ ਝੁਕੀ ਨਜ਼ਰ ਦੇਖ ਕੇ ਮੈਂ ਸਮਝ ਗਈ ਸੀ, ਕਿਉਂਕਿ ਉਸਦਾ ਝੁਕਿਆ ਸਿਰ ਤੇ ਝੁਕੀਆਂ ਨਜ਼ਰਾਂ ਇਸ ਗੱਲ ਨੂੰ ਬਿਆਨ ਕਰ ਰਹੀਆਂ ਸਨ ਕਿ ਮੇਰਾ ਹੀ ਕਸੂਰ ਹੈ। ਮੈਂ ਵਿਕਰਮ ਨੂੰ ਕਿਹਾ ਕਿ ਮੈਂ ਇਸ ਸਭ ਦੀ ਇਕੱਲੀ ਜ਼ਿੰਮੇਵਾਰ ਨਹੀਂ ਹਾਂ। ਇਹ ਲੋਕ ਵੀ ਮੇਰੇ ਅਤੀਤ 'ਚ ਜੋ ਕੁਝ ਹੋਇਆ ਹੈ ਉਸਦੇ ਜ਼ਿੰਮੇਵਾਰ ਹਨ। ਉਹ ਕਹਿਣ ਲੱਗਿਆ ਕਿ ਤੇਰਾ ਕੀ ਮਤਲਬ ਹੈ, ਇਹ ਸਭ ਕੀ ਚੱਲ ਰਿਹਾ ਹੈ, ਕੋਈ ਮੈਨੂੰ ਸੱਚ ਦੱਸੇਗਾ। ਉਹ ਇੱਕਦਮ ਗੁੱਸੇ ਚੀਕ ਪਿਆ। ਮੈਂ ਉੱਚੀ ਰੋਣ ਲੱਗੀ ਤੇ ਸਾਰਿਆਂ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਕਿ ਕਿਰਪਾ ਕਰਕੇ ਤੁਸੀਂ ਮੇਰੇ ਵਿਆਹ ਨੂੰ ਬਚਾ ਲਓ। ਮੇਰੀ ਗਲਤੀ ਸਿਰਫ ਇੰਨੀ ਕੁ ਹੈ ਕਿ ਮੈਂ ਆਪਣੇ ਅਤੀਤ ਨੂੰ ਭੁਲਾ ਕੇ ਅੱਗੇ ਦੀ ਜ਼ਿੰਦਗੀ 'ਚ ਕਦਮ ਰੱਖਿਆ ਤੇ ਵਿਕਰਮ ਨਾਲ ਵਿਆਹ ਕਰ ਲਿਆ। ਮੈਨੂੰ ਰੋਂਦਾ ਦੇਖ ਮੇਰੀ ਸੱਸ ਨੂੰ ਮੇਰੇ ਤੇ ਤਰਸ ਆ ਗਿਆ। ਉਹ ਮੇਰੇ ਕੋਲ ਆਈ ਤੇ ਮੈਨੂੰ ਗਲੇ ਲਾ ਕੇ ਦਿਲਾਸਾ ਦੇਣ ਲੱਗੀ ਤੇ ਵਿਕਰਮ ਨੂੰ ਜਦੋਂ ਮੇਰਾ ਸਾਰਾ ਸੱਚ ਦੱਸਣ ਲੱਗੀ ਤਾਂ ਉਹਨਾਂ ਕਿਹਾ ਕਿ ਇਹ ਲੜਕੀ ਸੱਚ ਆਖ ਰਹੀ ਹੈ। ਕਈ ਸਾਲ ਪਹਿਲਾਂ ਜਦੋਂ ਅਸੀਂ ਤੈਨੂੰ ਸ਼ਹਿਰ ਭੇਜ ਦਿੱਤਾ ਸੀ, ਇਸ ਪਿੰਡ 'ਚ ਇੱਕ ਅਜੀਬ ਦਸਤੂਰ ਸੀ। ਮਾਤਾ ਪਿਤਾ ਆਪਣੇ ਬੱਚਿਆਂ ਦਾ ਬਚਪਨ 'ਚ ਹੀ ਵਿਆਹ ਕਰ ਦਿੰਦੇ ਸਨ। ਖਾਸ ਕਰਕੇ ਲੜਕੀਆਂ ਦੇ ਮਾਤਾ ਪਿਤਾ ਆਪਣੇ ਸਿਰ ਦੇ ਬੋਝ ਨੂੰ ਘੱਟ ਕਰਨ ਲਈ ਆਪਣੀ ਬੇਟੀ ਦਾ ਵਿਆਹ ਬਚਪਨ 'ਚ ਹੀ ਕਰ ਦਿੰਦੇ ਸਨ। ਇਸ ਲੜਕੀ ਤੇ ਰਾਜੀਵ ਦਾ ਬਚਪਨ 'ਚ ਹੀ ਵਿਆਹ ਕਰ ਦਿੱਤਾ ਗਿਆ ਸੀ, ਪਰ ਜਦੋਂ ਬੱਚੇ ਜਵਾਨ ਹੁੰਦੇ ਸਨ ਤਾਂ ਉਹ ਇਸ ਬਚਪਨ ਦੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਸਨ। ਜੇਕਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਨਾਲ ਜ਼ਬਰਦਸਤੀ ਕਰਦੇ ਹਨ ਤਾਂ ਉਹ ਤੰਗ ਆ ਕੇ ਘਰ ਛੱਡ ਕੇ ਚਲੇ ਜਾਂਦੇ ਸਨ ਜਾਂ ਫਿਰ ਆਪਣੀ ਪਤਨੀ ਨੂੰ ਤਲਾਕ ਦੇ ਦਿੰਦੇ ਸਨ। ਉਹ ਦੱਸਣ ਲੱਗੀ ਕਿ ਇਸੇ ਤਰ੍ਹਾਂ ਰਾਜੀਵ ਤੇ ਰੋਮਾ ਨਾਲ ਵੀ
किस्मत ने यही खेड खेडी। इन्हां दा भी बचपन बर्बाद हो गया। पर राजीव ने घरों भज के अपनी पसंद की लड़की नाल विआह कर लिया ते यह बेचारी किस्मत की मारी राजीव का इंतजार करती रही। पिंड वालियां ने इसनूं ताने दे दे के इसका जिउणा हराम कर रखिया सी। इत्थों तक कि इसके खुद के घर वालियां ने अते रिश्तेदारां ने भी इसका साथ नहीं दिता ते इत्थे साडे घर वापस आ गई। पर असी इत्थे भी इसनूं चैन नाल जिउण नहीं दिता ते कुछ दिन बाद राजीव ने भी इसनूं भुला दिता ते कहण लग्या कि मेरा इस नाल कोई रिश्ता नहीं है ते असी इस लड़की नूं इत्थों धक्के दे के कढ दिता। ये बेचारी दर-दर दीआं ठोकरां खांदी रही। फिर मैं विक्रम नूं अगे दा सच दस्सिया कि इस तो बाद मेरी मां ने मैनूं भूआ कोल शहर भेज दिता ते मैनूं अपनी कसम दित्ती कि मैं अपने अतीत नूं भुला के अपनी जिंदगी 'च अगे वधांगी ते कदे भी सच नूं किसी दे सामने नहीं दसांगी। विक्रम कहण लग्या कि इन्ना वड्डा सच तू मेथों लुकोया। ये सारे तेरे गुनाहगार हन पर तू मेरी गुनाहगार है। मैं तेरे नाल सच्चा प्यार कीता ते तू मैनूं कुछ भी दसना जरूरी नहीं समझिया। होर तां होर मेरे भरा दी पहली पत्नी है। ये सब कुछ जान के तू किवें मेरे नाल रह सकती सी। तू अपने नाल नाल मैनूं भी इस पाप दा हिस्सेदार बना लिया। जदों तेरा पहला विआह हो गया सी तां तू मेरे नाल किवें विआह कर सकती सी। मेरे ते राजीव तो इलावा रीमा भी सारा सच जानदी सी। मैं रीमा नूं घूर के देखिया। इन्नी देर च राजीव की पत्नी ने उसनूं जोर नाल थप्पड़ मारिया ते कहण लगी कि यह सब की चल रहा है। तू मैनूं धोखा दिता, धोखे नाल तू मेरे नाल विआह कीता है ते हुण मैं तेनूं तलाक देआंगी। रीमा रोण लगी ते कहण लगी कि तुसीं सारे मैनूं माफ कर दिओ। सारी गलती मेरी है। मैं शुरू तो ही भाभी दा चेहरा देख लिया सी ते उसनूं पहचान लिया सी। मैं उन्हां दा सच घर वालियां दे सामने लिया के उन्हां तो बदला लेना चाहुंदी सी। मैं रीमा नूं देखण लगी ते सोचण लगी कि पता नहीं ये किहड़ा सच दस्सण वाली है। वो कहण लगी कि रोमा दा भरा ते मैं एक दूजे नाल प्यार करदे सी ते विआह करना चाहुंदे सी पर राजीव ते रोमा दे विआह ने सब कुछ बर्बाद करके रख दिता। इन्हां दोवां करके साडा विआह नहीं हो सकिया। उसे समय मैं सोच लिया सी कि मैं इस तो बदला लैके रहांगी। जदों मैं पहली बार इसनूं देखिया तां मेरे दिल 'च सालां पुरानी नफरत जाग गई ते मैं सोच लिया कि मैं इस तो बदला लैके रहांगी। पर मेरी इस एक गलती नाल बहुत सारे लोगों की जिंदगी बर्बाद हो जाएगी। प्लीज़ तुसी सारे मैनूं माफ़ कर दिओ। और राजीव ते चिक्कन लगी ते कहण लगी कि राजीव सच दसो, तेरी ते विक्रम दी नहीं तां इन्हां दोवां लड़कियां दी जिंदगी बर्बाद हो जाएगी। जेकर तू आज सब कुछ सच नहीं दस्या तां सब बर्बाद हो जाएगा। मेरी नज़र राजीव ते टिकी हुई सी। उसदे माता पिता भी बहुत ज़्यादा शर्मिंदा सन। राजीव की पत्नी भी उसनूं फड़ के हलूण रही सी। इन्नी देर च मैं चक्कर खा के जमीन ते डिग पई ते बेहोश हो गई। कुछ देर बाद मैनूं होश आया तां मैनूं डॉक्टर की आवाज़ सुनाई दित्ती जो सारिਆਂ ਨੂੰ दस रही सी कि तुसी इन्हां दा बहुत ज़्यादा ख्याल रखो क्योंकि ये गर्भवती है। मेरी अख खुल गई ते यह सुन के तां मेरी हालत होर ज़्यादा खराब होने लगी। रीमा ते विक्रम दी मां मैनूं संभालण लगियां। विक्रम भी अपना सिर फड़ के बैठ गया। अजिहा लग रहा सी जिवें क्यामत टुट पई होवे। एक ही लड़की दो भरावां दी पत्नी किवें हो सकती है। विक्रम मेरे अगे हाथ जोड़ के कहण लग्या कि मैनूं अगे दा सच दसो की है। इसे वेले रीमा कहण लगी कि विक्रम वीर, राजीव गुनाहगार है। इसने ही इस नाल ये सब कुछ किया है ते हुण ये चुपचाप खड़ा है। विक्रम ने गुस्से च राजीव नूं थप्पड़ मारिया तां राजीव जमीन ते डिग गया ते विक्रम दे पैर फड़ के मुआफ़ी मंगण लगा ते कहण लग्या कि मैं ही रोमा दा गुनाहगार हाँ। उसने दस्सिया कि कई साल पहलां जदों मैं अपना दूजा विआह करन दा सोचिया सी उसे समय मैं इसनूं तलाक दे पेपर भिजवा दिते सन। हुण ये मेरी पत्नी नहीं है, ये तुहाडी पत्नी है ते यह बच्चा भी तुहाडा ही है। बस किस्मत ने साडे नाल यह खेड खेडी है। मैनूं ते रोमा नूं इस पाप तो बचा लिया। राजीव ने मेथों भी मेरे पैर फड़ के माफ़ी मंगी ते उसके माता पिता ने भी अपनी गलती का एहसास करके मेथों माफ़ी मंगी। मैं लगातार रो रही सी। विक्रम के दिल च मेरे लिए प्यार जाग गया सी। वह भी जान चुका सी कि इस सारे च मेरी कोई गलती नहीं सी। मैं तो सिर्फ अपनी माँ की कसम करके सब कुछ लुकोया सी। मेरे ते राजीव विचकार हुण कोई भी रिश्ता बाकी नहीं रहा सी। सालां पहलां ही मेरा ते राजीव का तलाक हो चुकिया सी। मैं भी सारिਆਂ ਨੂੰ मुआफ़ करके अपना दिल साफ कर लिया। राजीव ने अपनी पत्नी तो माफ़ी मंगी
ਤੇ ਉਸਨੇ ਵੀ ਉਸਨੂੰ ਮਾਫ ਕਰ ਦਿੱਤਾ। ਹੁਣ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਖੁਸ਼ ਸੀ। ਕੁਝ ਮਹੀਨਿਆਂ ਬਾਅਦ ਹੀ ਸਾਰੇ ਸ਼ਹਿਰ ਆ ਗਏ ਤੇ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ ਸੀ ਤੇ ਰਾਜੀਵ ਦੇ ਘਰ ਵੀ ਇੱਕ ਬੇਟਾ ਪੈਦਾ ਹੋਇਆ ਸੀ। ਵਿਕਰਮ ਦੇ ਮਾਤਾ-ਪਿਤਾ ਨੂੰ ਆਪਣੀਆਂ ਗਲਤੀਆਂ ਦਾ ਬਹੁਤ ਜ਼ਿਆਦਾ ਅਹਿਸਾਸ ਸੀ। ਇਸ ਲਈ ਉਹਨਾਂ ਨੇ ਸੋਚਿਆ ਕਿ ਉਹ ਆਪਣੇ ਪੋਤਾ-ਪੋਤੀ ਨੂੰ ਪੜ੍ਹਾ ਲਿਖਾ ਕੇ ਪਿੰਡ ਦੇ ਰੀਤੀ ਰਿਵਾਜਾਂ ਤੋਂ ਦੂਰ ਹੀ ਰੱਖਣਗੇ ਤੇ ਹੋ ਸਕਿਆ ਤਾਂ ਪਿੰਡ ਦੇ ਇਸ ਰੀਤੀ ਰਿਵਾਜ ਨੂੰ ਖਤਮ ਕਰ ਦੇਣਗੇ ਤਾਂ ਕਿ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ। ਤੇ ਅਜਿਹਾ ਹੀ ਹੋਇਆ। ਵਿਕਰਮ ਨੇ ਆਪਣੇ ਪਿੰਡ ਜਾ ਕੇ ਸਾਰਿਆਂ ਨੂੰ ਬਹੁਤ ਸਮਝਾਇਆ ਤੇ ਇਸ ਰਿਵਾਜ ਨੂੰ ਖਤਮ ਕਰ ਦਿੱਤਾ ਤੇ ਆਉਣ ਵਾਲੀਆਂ ਨਸਲਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਹੋਣ ਤੋਂ ਬਚਾ ਲਿਆ। ਕਈ ਵਾਰ ਪੁਰਾਣੇ ਰੀਤੀ ਰਿਵਾਜ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦੇ ਹਨ। ਅਸੀਂ ਆਪਣਾ ਅਤੀਤ ਕਿੰਨਾ ਵੀ ਭੁਲਾਉਣਾ ਚਾਹੀਏ, ਇੱਕ ਦਿਨ ਉਹ ਸਾਡੇ ਅੱਗੇ ਆ ਹੀ ਜਾਂਦਾ ਹੈ, ਪਰ ਕਿਸਮਤ ਦਾ ਲਿਖਿਆ ਹੋਇਆ ਕੋਈ ਨਹੀਂ ਬਦਲ ਸਕਦਾ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ।